पेश है विज्ञान लड़ीवार आउण वाला कल दी 48वीं कड़ी। मूल खोज ते लेखन डॉक्टर अनुराग शर्मा, लड़ीवार संपादक डॉक्टर BK त्यागी, पंजाबी रूपांतर ते खोज भारत ज्ञान विज्ञान सम्मति पंजाब ते चंडीगढ़। प्यारे श्रोतियो, बनावटी बौद्धिकता दी विज्ञान वरतों ते भविख बाबत साडे लड़ीवार आउण वाला कल दी 48वीं कड़ी। आओ वधिए अगे मिल के एक वार विच निघा स्वागत है। सत श्री अकाल, नमस्ते। ਪਿਛਲੀ ਕੜੀ AI ਤੇ ਸਮਾਰਟ ਸ਼ਹਿਰਾਂ ਦੀ ਪਰਿਵਹਨ ਵਿਵਸਥਾ ਵਿੱਚ ਕਹਾਣੀ ਸੀ ਕਿ ਡਿਜੀਟਲ ਸੰਸਾਰ ਵਿੱਚ ਕਿਵੇਂ AI ਤੇ ਮਸ਼ੀਨ ਲਰਨਿੰਗ ਸਾਡੀ ਪਰਿਵਹਨ ਵਿਵਸਥਾ ਵਿੱਚ ਹੋ ਰਹੀ ਹੈ ਸਹਾਈ। ਬ੍ਰਿਤਾਂਤ ਸੀ ਕਿ ਤੇਜ਼ ਰਫ਼ਤਾਰ ਬਣ ਗਈ ਹੈ ਸਾਡੀ ਜੀਵਨ ਸ਼ੈਲੀ ਦਾ ਅਹਿਮ ਅੰਗ। ਸੜਕੀ ਹਾਦਸੇ, ਜਾਮ, ਹਵਾ ਤੇ ਸ਼ੋਰ ਪ੍ਰਦੂਸ਼ਣ ਬਹੁਤ ਵੱਧ ਗਏ ਨੇ। 31% ਟ੍ਰੈਫਿਕ ਪੁਲਿਸ ਕਰਮਚਾਰੀ ਨੇ ਸ਼ਿਕਾਰ ਸਾਹ ਦੀ ਕਿਸੇ ਨਾ ਕਿਸੇ ਬਿਮਾਰੀ ਦੇ। ਹਾਂ ਦੋਸਤੋ, ਦੱਸ ਦਿੱਤਾ ਸੀ ਕਿ ਡਰਾਈਵਰ ਤੋਂ ਬਿਨਾਂ ਚੱਲਣ ਵਾਲੀਆਂ ਕਾਰਾਂ ਚਲਾਉਣ ਲਈ ਆਧਾਰਭੂਤ ਢਾਂਚੇ ਵਿੱਚ ਸਮਾਰਟ ਟ੍ਰੈਫਿਕ ਪ੍ਰਣਾਲੀ ਲਾਜ਼ਮੀ ਹੈ। ਇਹ ਪ੍ਰਣਾਲੀ ਰਸਤੇ ਦੀਆਂ ਰੁਕਾਵਟਾਂ, ਭੀੜ ਭੜੱਕੇ ਵਗੈਰਾ ਦੀ ਅਗਾਊਂ ਸੂਚਨਾ ਦੇ ਕੇ ਆਪਣੇ ਆਪ ਬੱਤੀਆਂ ਬਦਲ ਕੇ ਵਾਹਨ ਖੜਾਉਣ ਲਈ ਜਗ੍ਹਾ ਦੱਸ ਕੇ 30% ਤੱਕ ਸਮਾਂ ਬਚਾ ਦਿੰਦੀ ਹੈ। ਕਹਾਣੀ ਸੀ ਕਿ ਦਿੱਲੀ ਟ੍ਰੈਫਿਕ ਪੁਲਿਸ ਦੀ ITMS ਸਮਾਰਟ ਪ੍ਰਣਾਲੀ ਦੇ ਮੁੱਖ ਔਜ਼ਾਰ ਹੋਣਗੇ ਰਡਾਰ ਨਿਰੀਖਣ ਤੇ ਸਵੈ ਚਾਲਤ ਸਿਗਨਲ, ਜੋ ਘਟਾਉਣਗੇ ਹਾਦਸੇ ਵੀ। ਹਾਂ ਤੇ ਸਰੋਤਾ ਸੱਜਣੋ, ਅੱਜ ਅਸੀਂ ਸੁਣਾਵਾਂਗੇ ਕਹਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ, ਵਿਕਾਸ ਦੀ, ਭਵਿੱਖ ਦੇ ਪ੍ਰਭਾਵਾਂ ਤੇ ਖਤਰਿਆਂ ਦੀ, ਕਹਾਣੀ ਇਸ AI ਦੇ ਯੁੱਗ ਦੀ। ਇਸ ਕੜੀ ਆਓ ਵਧੀਏ ਅੱਗੇ ਮਿਲ ਕੇ ਇੱਕ ਵਾਰ ਦੇ ਰਾਹੀਂ। ਤੇ ਫਿਰ ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ। ਆਓ ਵਧੀਏ ਅੱਗੇ ਮਿਲ ਕੇ ਇੱਕ ਵਾਰ। ਦੇਖ ਲੈ ਪ੍ਰਸ਼ਾਂਤ, ਇਹ ਸੰਦੀਪ ਨਾ ਕਦੇ ਵੀ ਵਕਤ ਸਿਰ ਨਹੀਂ ਆਉਂਦਾ। ਬਿਜ਼ੀ ਹੋਣਾ ਕਿਤੇ ਬਨੌਟੀ ਬੌਧਿਕਤਾ ਬਾਰੇ ਸਮਝਾਉਣ 'ਚ। ਰਾਕੇਸ਼ ਯਾਰ ਜ਼ਰਾ ਠੰਡ ਰੱਖ। ਸੰਦੀਪ ਅੱਜ ਕੱਲ੍ਹ AI ਦੇ ਪ੍ਰਚਾਰ ਪ੍ਰਸਾਰ 'ਚ ਲੱਗਿਆ ਹੋਇਆ। ਇੰਜੀਨੀਅਰਿੰਗ ਦੀਆਂ ਕਲਾਸਾਂ ਆਨਲਾਈਨ ਸ਼ੁਰੂ ਹੋ ਗਈਆਂ। ਕਿਸੇ ਵਿਦਿਆਰਥੀ ਨੇ ਕੋਈ ਪ੍ਰਸ਼ਨ ਪੁੱਛ ਲਿਆ ਹੋਣਾ। ਵਾਹ ਵੀ ਪ੍ਰਸ਼ਾਂਤ, ਬਚਪਨ ਤੋਂ ਹੀ ਤੂੰ ਤਾਂ ਸੰਦੀਪ ਦਾ ਹੀ ਸਾਥ ਦਿੱਤਾ ਹੈ। 50 ਸਾਲ ਦਾ ਹੋ ਕੇ ਵੀ ਤੂੰ ਨਹੀਂ ਬਦਲਿਆ। ਠੀਕ ਹੈ ਕਿ ਸਮਾਂ ਕੱਢਣਾ ਮੁਸ਼ਕਲ ਹੁੰਦਾ ਹੈ, ਪਰ ਇਨਸਾਨ ਨੂੰ ਬਚਪਨ ਦੇ ਦੋਸਤਾਂ ਵਾਸਤੇ ਤਾਂ ਸਮਾਂ ਕੱਢਣਾ ਹੀ ਚਾਹੀਦਾ ਹੈ ਨਾ। ਦਿਨ ਰਾਤ ਕੰਮ ਵਿੱਚ ਹੀ ਖੁੱਬੇ ਰਹਿਣਾ, ਇਹ ਵੀ ਕੋਈ ਜ਼ਿੰਦਗੀ ਹੈ? ਲਓ ਰਾਕੇਸ਼, ਆਹ ਦੇਖੋ ਸ਼੍ਰੀਮਾਨ ਲੇਟ ਲਤੀਫ ਜੀ ਆ ਰਹੇ ਨੇ। ਜੀ ਆਇਆਂ ਨੂੰ, ਜੀ ਆਇਆਂ ਨੂੰ ਪ੍ਰੋਫੈਸਰ ਸੰਦੀਪ। ਤੁਸੀਂ ਤਾਂ ਦੋਵੇਂ ਬਈ ਵਕਤ ਦੇ ਬੜੇ ਹੀ ਪਾਬੰਦ ਨਿਕਲੇ। ਮਾਫ ਕਰਨਾ, ਪਰ ਰਾਕੇਸ਼ ਬਚਪਨ ਦੀ ਤਰ੍ਹਾਂ ਹੀ ਨਾਰਾਜ਼ ਹੈ। ਬਈ ਵਾਹ ਵਾਹ ਵਾਹ, ਇੱਕ ਤਾਂ ਦੇਰ ਨਾ ਲਾਓ, ਦੂਜੇ ਸਮੇਂ ਸਿਰ ਆਉਣ ਵਾਲਿਆਂ ਤੇ ਹੱਸੋ। ਹਾਂ, ਤਾਂ ਤੁਸੀਂ ਕੀ ਮੰਗਵਾਇਆ? ਬਈ ਅਸੀਂ ਤਾਂ ਸਿਰਫ ਚਾਹ ਪੀਤੀ ਹੈ। ਹੁਣ ਤੁਸੀਂ ਜੋ ਚਾਹੋ ਮੰਗਵਾ ਲਓ। ਬਈ ਸਾਡੀਆਂ ਖਾਣ ਪੀਣ ਦੀਆਂ ਬੰਦਸ਼ਾਂ ਦੇ ਸਨਮੁਖ ਕੀ ਮੰਗਵਾਇਆ ਜਾਏ, ਇਹਦਾ ਫੈਸਲਾ ਮੁਸ਼ਕਲ ਹੀ ਹੋ ਜਾਂਦਾ ਹੈ। ਬਸ ਇਹੀ ਮੁਸੀਬਤ ਹੈ ਬਈ, ਸਿਹਤਮੰਦ ਭੋਜਨ ਤੇ ਜੰਕ ਭੋਜਨ। ਕਿੱਧਰ ਭੱਜਾਂਗੇ ਮੌਤ ਤੋਂ ਡਰ ਕੇ? ਯਾਰ ਰਾਕੇਸ਼, ਮੌਤ ਦੀ ਕਿਉਂ ਗੱਲ ਕਰਦੇ ਹੋ? ਚਲੋ ਸੰਦੀਪ, ਤੁਸੀਂ ਦੱਸੋ ਕੀ ਆਰਡਰ ਕਰੀਏ? ਯਕੀਨਨ ਪ੍ਰਸ਼ਾਂਤ, ਚਲੋ ਆਰਡਰ ਕਰ ਹੀ ਦਿੰਦੇ ਹਾਂ। ਕਿਉਂ ਰਾਕੇਸ਼? ਹਾਂ ਹਾਂ, ਕਿਉਂ ਨਹੀਂ ਪ੍ਰਸ਼ਾਂਤ, ਵੀ ਆਰਡਰ ਕਰੋ ਯਾਰ। ਵੇਟਰ ਦੇਖੋ, ਕਾਟੇਜ ਪਨੀਰ, ਦੇਸੀ ਘਿਓ ਵਾਲੇ ਛੋਲੇ ਭਟੂਰੇ 3 ਪਲੇਟ, ਬਾਅਦ 'ਚ ਰਸਮਲਾਈ ਤੇ ਐਂਡ ਵਿੱਚ ਕੌਫੀ। ਠੀਕ ਹੈ ਜੀ ਸਰ।
ਉਹ ਗੱਲ ਸੁਣ, ਮਿੱਠੀ ਚਟਨੀ ਲੈਣਾ ਨਾ ਭੁੱਲਣਾ, ਅਨਾਰਦਾਨੇ ਵਾਲੀ। ਉਹ ਵਾਹ ਰਾਕੇਸ਼, ਮਜ਼ੇਦਾਰ ਚਟਨੀ। ਹਾਂ, ਮੈਨੂੰ ਯਾਦ ਆ ਮਿੱਤਰੋ, ਤੁਸੀਂ ਛੋਲੇ ਭਟੂਰੇ ਉੱਥੇ ਹੀ ਖਾਂਦੇ ਸੀ ਜਿੱਥੇ ਅਨਾਰਦਾਣੇ ਵਾਲੀ ਮਿੱਠੀ ਚਟਣੀ ਮਿਲਦੀ ਹੁੰਦੀ ਸੀ। ਅੱਛਾ ਸੰਦੀਪ, ਹਾਂ ਇਹ ਜ਼ਰਾ ਦੱਸ ਤਾਂ ਸਹੀ, ਤੇਰਾ ਬਨੌਟੀ ਬੌਧਿਕਤਾ ਵਾਲਾ ਪ੍ਰੋਜੈਕਟ ਕਿੱਥੇ ਕੁ ਪਹੁੰਚ ਗਿਆ? ਹਾਂ, ਵੇਖਦੇ ਜਾਓ, ਕੁਝ ਕੁ ਸਾਲਾਂ ਦੀ ਗੱਲ ਹੈ, ਭਾਰਤ ਇੱਕ ਸ਼ਕਤੀ ਬਣ ਰਿਹਾ ਹੈ। ਬਈ ਅੱਜ ਦੇ ਦਿਨ ਤਾਂ ਮੈਨੂੰ ਨਹੀਂ ਲੱਗਦਾ ਕਿ ਭਾਰਤ ਕੋਈ ਗਿਣਨਯੋਗ ਸ਼ਕਤੀ ਬਣ ਜਾਏਗਾ। ਹੈਂ, ਕਿਉਂ? ਬਈ ਤਾਕਤ ਬਣਨ ਦੇ ਲਈ ਕੁਝ ਨਾ ਕੁਝ ਮੌਲਿਕਤਾ ਪੱਲੇ ਹੋਣੀ ਜ਼ਰੂਰੀ ਹੈ। ਆਪਣੇ ਤਾਂ ਸਾਰਾ ਕੁਝ ਵਿਦੇਸ਼ੀ ਮੂਲ ਦਾ ਹੈ। ਇਹ ਟੈਕਨੋਲੋਜੀ, ਇਹ ਸੰਕਲਪ, ਅਜਿਹੇ 'ਚ ਭਾਰਤ ਆਉਣ ਵਾਲੇ ਕੁਝ ਸਾਲਾਂ 'ਚ ਇੰਨੀ ਤਰੱਕੀ ਕਿਵੇਂ ਕਰੇਗਾ? ਬਈ ਪੱਤਰਕਾਰਾਂ ਦੀ ਤਾਂ ਸਮੱਸਿਆ ਹੀ ਇਹੀ ਹੈ, ਸਿਰਫ ਆਲੋਚਨਾ ਕਰਨਾ, ਸਾਰੇ ਤੱਥ ਇਕੱਠੇ ਕਰਨ ਤੋਂ ਬਿਨਾਂ ਹੀ ਕਾਲੀ 'ਚ ਖਬਰ ਨਸ਼ਰ ਕਰਨਾ ਹੀ ਤੁਹਾਡਾ ਮਕਸਦ ਬਣ ਕੇ ਰਹਿ ਗਿਆ ਏ। ਬਈ ਤੌਮਤਾ ਲਾਉਣ ਦਾ ਕੀ ਲਾਭ ਹੈ? ਵਿਗਿਆਨ ਤੇ ਵਿਦਿਆਰਥੀ ਹੋ, ਤੱਥਾਂ ਤੇ ਤਰਕ ਨਾਲ ਕਾਟ ਕਰੋ। ਤੁਸੀਂ ਠੀਕ ਹੋ ਬਈ, ਪਰ AI ਦਾ ਸਭ ਤੋਂ ਵੱਧ ਫਾਇਦਾ ਭਾਰਤ ਨੂੰ ਹੀ ਹੋਇਆ ਹੈ। ਯੈਸ ਭਾਰਤੀ ਅਰਥਚਾਰਾ ਸੰਸਾਰ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਵੱਡੀ ਆਬਾਦੀ ਕਾਰਨ AI ਦੀ ਸੰਭਾਵਨਾ ਇੱਥੇ ਬਹੁਤ ਜ਼ਿਆਦਾ ਹੈਗੀ ਜੀ। ਹਾਂ, ਸਾਡਾ ਦੇਸ਼ AI ਲਈ ਇੱਕ ਸੰਸਾਰੀ ਨਾਭ ਹੈ, ਦੁਨੀਆ ਭਰ 'ਚ AI ਦੇ ਕੇਂਦਰ ਵਜੋਂ ਕੰਮ ਕਰ ਰਿਹਾ। ਸੰਦੀਪ, ਸਾਡਾ ਦੇਸ਼ ਤਾਂ ਪਹਿਲਾਂ ਹੀ ਸੰਸਾਰ ਭਰ ਵਾਸਤੇ AI ਦੀ ਨਾਭ ਤੇ ਟੈਕਨੋਲੋਜੀ ਲਈ ਕੇਂਦਰ ਬਣ ਕੇ ਕੰਮ ਕਰਨ ਲੱਗ ਪਿਆ। ਬਈ ਤੁਸੀਂ ਤਾਂ AI ਨੂੰ ਹੀ ਜੀਵਨ ਦਾ ਧੂਰਾ ਮੰਨ ਰਹੇ ਹੋ। ਕੀ ਗੱਲ ਕਰ ਰਹੇ ਹੋ? ਅਹਿਮਦਾਬਾਦ ਦੇ ਕਿਸੇ ਹੋਟਲ 'ਚ ਰੋਬੋਟਾਂ ਰਾਹੀਂ ਖਾਣਾ ਪਰੋਸਣ ਦੇ ਨਾਲ ਅਸੀਂ AI ਦੇ ਨਾਭ ਤਾਂ ਨਹੀਂ ਬਣ ਗਏ ਨਾ। ਉੱਥੇ ਵੀ 75 ਤੋਂ 80% ਰੋਬੋਟ ਵਿਦੇਸ਼ੀ ਨੇ, ਜਾਂ ਸ਼ਾਇਦ ਹੋਰ ਵੱਧ ਵੀ ਹੋ ਸਕਦੇ ਨੇ। ਯਾਰ ਰਾਕੇਸ਼, ਪੱਤਰਕਾਰੀ ਨੇ ਤੇਰਾ ਸਾਰਾ ਨਜ਼ਰੀਆ ਹੀ ਕੁਝ ਜ਼ਿਆਦਾ ਹੀ ਨਕਾਰਾਤਮਕ ਬਣਾ ਦਿੱਤਾ ਹੈ। ਰੋਬੋਟਾਂ ਦੇ 5% ਹਿੱਸੇ ਦਾ ਭਾਰਤੀ ਹੋਣਾ ਵੀ ਤਾਂ ਇੱਕ ਪ੍ਰਾਪਤੀ ਹੈ। AI 'ਚ ਨਿਵੇਸ਼ ਵਜੋਂ ਭਾਰਤ ਸੰਸਾਰ 'ਚ ਚੌਥੇ ਸਥਾਨ ਤੇ ਆ ਗਿਆ। ਹਾਂ ਸੰਦੀਪ, ਕਈ ਸਟਾਰਟਅਪ ਸਿੱਖਿਆ, ਸਿਹਤ, ਵਿੱਤੀ ਸੇਵਾਵਾਂ ਤੇ ਖੇਤੀਬਾੜੀ ਵਿੱਚ AI ਆਧਾਰਿਤ ਹੱਲ ਲੱਭ ਰਹੇ ਨੇ। ਹੈਦਰਾਬਾਦ ਵਿਖੇ ਇੱਕ ਹੈਕਸ ਆਰਟ ਇੰਸਟੀਚਿਊਟ AI ਸੰਚਾਰ ਕੇਂਦਰ ਚੱਲਿਆ ਹੈ, ਜੋ ਹਰ ਸਾਲ 350 ਵਿਦਿਆਰਥੀਆਂ ਨੂੰ ਸਿਖਲਾਈ ਦੇਵੇਗਾ। ਇਹੋ ਜਿਹੀਆਂ ਸੈਂਕੜੇ ਹੀ ਸੰਸਥਾਵਾਂ ਨੇ। ਹਾਂ ਸੰਦੀਪ, ਬਈ ਮੈਨੂੰ ਵੀ ਪਤਾ ਹੈ ਕਿ ਸਾਡਾ ਹਰੇਕ ਸੂਬਾ ਕਿੱਥੇ ਖੜਾ ਹੈ। ਤੇਲੰਗਾਨਾ ਸਰਕਾਰ ਨੇ ਹੁਣੇ ਹੀ ਸਾਗੂ ਬਾਗੂ ਨਾਮਕ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ। ਹਾਂ, AI ਦੀ ਵਰਤੋਂ ਨੂੰ ਖੇਤੀ ਸੈਕਟਰ 'ਚ ਉਤਸ਼ਾਹਿਤ ਕਰਕੇ ਕਿਸਾਨਾਂ ਦੀ ਆਮਦਨ ਵਧਾਉਣਾ। ਵਧੀਆ ਬਈ, ਤੁਸੀਂ ਸਾਗੂ ਬਾਗੂ ਪ੍ਰੋਜੈਕਟ ਬਾਰੇ ਜਾਣਦੇ ਹੋ, ਪਰ ਇਸ ਦਾ ਪ੍ਰਚਾਰ ਤਾਂ ਮੀਡੀਆ ਨੇ ਹੀ ਕੀਤਾ ਹੈ ਨਾ। ਹੁਣ ਦੱਸੋ, ਮੇਰੀ ਸੋਚ ਨਕਾਰਾਤਮਕ ਕਿਵੇਂ ਹੋਈ? ਕਿਉਂਕਿ ਤੁਸੀਂ ਐਵੇਂ ਹੀ ਕਿੰਤੂ ਪਰੰਤੂ ਕਰਦੇ ਰਹਿੰਦੇ ਹੋ। ਬਈ ਮੀਡੀਆ ਦਾ ਕੰਮ ਹੈ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਾ, ਨਾ ਕਿ ਕਿਸੇ ਖਾਸ ਵਿਚਾਰਧਾਰਾ ਦਾ ਧੂਤੂ ਬਣਨਾ। ਸਵਾਲ ਤਾਂ ਅਸੀਂ ਪੁੱਛਾਂਗੇ ਹੀ। ਸਾਗੂ ਬਾਗੂ ਪ੍ਰੋਜੈਕਟ ਵੀ ਕੋਈ ਸਵਦੇਸ਼ੀ ਨਹੀਂ, ਤੇ ਸਵਾਲ ਵੀ ਇਹ ਹੈ ਕਿ ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ, ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਦਾ ਕੀ ਬਣੂ? ਕੀ ਭਾਰਤ ਖੁਦ AI ਦੀ ਖੋਜ 'ਚ ਫਾਡੀ ਹੈ? ਸਾਲ 2020 'ਚ ਸਰਕਾਰ ਨੇ ਵੱਡੇ ਅੰਕੜੇ ਸਾਈਬਰ ਸੁਰੱਖਿਆ, ਮਸ਼ੀਨ ਲਰਨਿੰਗ ਤੇ ਰੋਬੋਟਿਕਸ ਨੂੰ ਉਤਸ਼ਾਹਿਤ ਕਰਨ ਲਈ ਕਰੀਬ 36 ਕਰੋੜ ਰੁਪਏ ਮਨਜ਼ੂਰ ਕੀਤੇ ਨੇ। ਸਰਕਾਰ 1 ਕਰੋੜ ਗੱਭਰੂਆਂ ਤੇ ਮੁਟਿਆਰਾਂ ਨੂੰ ਉਦਯੋਗਾਂ ਲਈ ਹੁਨਰ ਸਿਖਲਾਈ ਦੇਵੇਗੀ। ਸਸਤਾ ਇੰਟਰਨੈਟ ਜਨ ਸਧਾਰਨ ਦੀ ਤਾਕਤ ਬਣ ਰਿਹਾ ਹੈ। ਹਾਂ, ਕਿਹੜਾ ਇੰਟਰਨੈਟ? ਬਈ ਕਰੋਨਾ ਦੌਰਾਨ ਵੱਡੇ ਸ਼ਹਿਰਾਂ ਵਿੱਚ ਇੰਟਰਨੈਟ ਨਾਲ ਕਲਾਸਾਂ ਚੱਲਣ ਵਿੱਚ ਦਿੱਕਤ ਆਉਂਦੀ ਰਹੀ, ਪਿੰਡਾਂ ਦੀ ਤਾਂ ਗੱਲ ਹੀ ਨਹੀਂ ਕਰ ਰਹੇ। ਭਾਈ ਇੰਟਰਨੈਟ ਉੱਥੇ ਕੀ ਕਰੇਗਾ? ਉੱਥੇ ਤਾਂ ਕੰਪਿਊਟਰ ਜਾਂ ਸਮਾਰਟਫੋਨ ਵੀ ਤਾਂ ਹੈ ਨਹੀਂ। ਯਾਰ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਵੀ ਆਨਲਾਈਨ ਚਰਚਾਵਾਂ ਵਾਸਤੇ ਵੱਡੇ ਵੱਡੇ ਮੀਡੀਆ ਘਰਾਣਿਆਂ ਨੂੰ ਇੰਟਰਨੈਟ ਕਨੈਕਸ਼ਨ ਦੀਆਂ ਅਨੇਕਾਂ ਦਿੱਕਤਾਂ ਆ ਰਹੀਆਂ ਨੇ। ਵੇਖੋ ਜੀ, ਸ਼ੁਰੂਆਤੀ ਮੁਸ਼ਕਲਾਂ ਤਾਂ ਝੱਲਣੀਆਂ ਹੀ ਪੈਂਦੀਆਂ ਨੇ। ਬਈ ਮੁੱਦੇ ਤੋਂ ਲਾਂਭੇ ਨਾ ਜਾਓ, ਜਵਾਬ ਗੋਲ-ਮੋਲ ਨਾ ਕਰੋ। ਕੀ ਇਹ ਹਕੀਕਤ ਨਹੀਂ ਕਿ AI ਵਿੱਚ ਪਹਿਲ ਕਦਮੀ ਵਿਕਸਿਤ ਦੇਸ਼ਾਂ ਦੇ ਹੱਥ ਵਿੱਚ ਹੀ ਹੈ? ਉਹ ਤਾਂ ਹੋਏਗੀ ਹੋਈ, ਅਗਲਿਆਂ ਨੇ ਪੈਸਾ ਲਾਇਆ ਖੋਜ ਵਿੱਚ। ਪੱਛਮੀ ਮੁਲਕ ਟੈਕਨੋਲੋਜੀ ਵਿਕਸਿਤ ਕਰਦੇ ਨੇ, ਜਦ ਤੱਕ ਉਹ ਸਾਨੂੰ ਮਿਲਦੀ ਹੈ ਉਦੋਂ ਤੱਕ ਉਹ ਮੁਲਕ ਹੋਰ ਨਵੀਂ ਟੈਕਨੋਲੋਜੀ ਵਿਕਸਿਤ ਕਰ ਚੁੱਕੇ ਹੁੰਦੇ ਨੇ। ਠੀਕ ਹੈ, ਖੋਜ 'ਚ ਅਸੀਂ ਪਛੜੇ ਹਾਂ, ਪਰ ਹੁਣ ਲੋਕ AI ਨੂੰ ਟੈਕਨੋਲੋਜੀ ਦਾ ਸਿਖਰ ਮੰਨਣ ਲੱਗ ਪਏ ਨੇ, ਤੇ AI ਵੀ ਆਪਣੇ ਆਪ ਨੂੰ ਲੋੜ ਅਨੁਸਾਰ ਢਾਲ ਰਹੀ ਹੈ। ਤਾਂ ਕਿ AI ਵਿਕਾਸ ਦਾ ਆਖਰੀ ਪੜਾਅ ਹੈ? ਨਹੀਂ, ਅਜਿਹਾ ਕੁਝ ਨਹੀਂ ਹੈ। ਬਦਲਾਅ ਤੇ ਵਿਕਾਸ ਦਾ ਕੁਦਰਤੀ ਨਿਯਮ ਹੈ। AI ਦੇ ਸਹਾਰੇ ਨੈਨੋ ਟੈਕਨੋਲੋਜੀ ਤੇ ਜੈਨੇਟਿਕ ਇੰਜੀਨੀਅਰਿੰਗ ਵਿੱਚ ਵੀ ਨਵੀਂ ਸਵੇਰ ਹੋ ਰਹੀ ਹੈ। ਮਿਸਟਰ ਰਾਕੇਸ਼, AI ਰਾਹੀਂ ਭਾਰਤ ਬਹੁਤ ਸਾਰੇ ਖੇਤਰਾਂ ਵਿੱਚ ਅੱਗੇ ਵਧ ਰਿਹਾ ਹੈ। ਹਾਂ, ਜਿਵੇਂ ਚਿਹਰਾ ਪਹਿਚਾਨਣ, ਬਾਇਓਮੈਟ੍ਰਿਕ ਪਹਿਚਾਨ, ਤਫਤੀਸ਼, ਆਵਾਜਾਈ ਨਿਯੰਤਰਣ, ਦੁਰਗਮ ਥਾਵਾਂ ਤੇ ਪਹੁੰਚ,
ਜੰਗਲਾਂ ਤੇ ਨਦੀਆਂ ਦੀ ਸਫਾਈ 'ਚ ਵੀ ਆ ਗਈ ਏ AI। ਹਾਂ, ਤੇ ਮੇਰਾ ਭਾਰਤ AI ਦੇ ਸਹਾਰੇ ਵਿਦਿਆਰਥੀਆਂ ਦੀ ਨਿਗਰਾਨੀ, ਸਿਹਤ ਸੰਭਾਲ, ਦਵਾ ਵਿਕਾਸ, ਵਿੱਤੀ ਸੇਵਾਵਾਂ ਤੇ ਸੁਰੱਖਿਆ ਵਗੈਰਾ ਦੇ ਵਿੱਚ ਵੀ ਅੱਗੇ ਵਧ ਰਿਹਾ ਹੈ। ਹਾਂ, ਸਾਡਾ ਸੁਰੱਖਿਆ ਖੋਜ ਤੇ ਵਿਕਾਸ ਸੰਸਥਾਨ ਪਹਿਲਾਂ ਹੀ ਰੋਬੋਟਿਕਸ, ਕਮਾਂਡ ਤੇ ਕੰਟਰੋਲ ਨੈਟਵਰਕਿੰਗ ਤੇ ਸਾਈਬਰ ਸੁਰੱਖਿਆ ਦੀ ਖੋਜ ਨੂੰ ਸਮਰਪਿਤ ਹੈ। DRDO ਤਾਂ ਬਹੁਤ ਹੀ ਸਫਲਤਾ ਨਾਲ ਅੱਗੇ ਵਧ ਕੇ ਸਿਖਰਾਂ ਛੋਹ ਰਹੀ ਹੈ। ਦੇਸ਼ ਦੀ ਸੁਰੱਖਿਆ ਦੇ ਨਾਲ-ਨਾਲ ਜਵਾਨਾਂ ਦੀ ਸੁਰੱਖਿਆ ਦਾ ਕੰਮ ਵੀ ਬਾਖੂਬੀ ਕਰ ਰਹੀ ਹੈ। ਤਾਂ ਕਿ 18 ਮਾਰਚ 2021 ਨੂੰ ਹੋਇਆ ਅਮਰੀਕਾ ਭਾਰਤ ਦੋ ਧਿਰੀ ਸਮਝੌਤਾ ਭਾਰਤ ਲਈ ਕੋਈ ਵੱਡਾ ਲਾਹੇਵੰਦ ਕਦਮ ਸਾਬਤ ਹੋਏਗਾ? ਨਹੀਂ, ਇਹ ਤਾਂ ਵਿਦੇਸ਼ੀਆਂ ਵੱਲੋਂ ਸਾਡੇ ਮਿਹਨਤੀ ਤੇ ਸਿਰਜਣਾਤਮਕ ਨੌਜਵਾਨਾਂ ਦਾ ਸ਼ੋਸ਼ਣ ਦਾ ਰਾਹ ਖੋਲ੍ਹੇਗਾ। ਰਾਕੇਸ਼, ਵਿਗਿਆਨ ਕਿਸੇ ਇੱਕ ਦੇਸ਼ ਜਾਂ ਵਿਅਕਤੀ ਦਾ ਨਹੀਂ ਹੈ, ਇਹ ਮਨੁੱਖਤਾ ਦੀ ਧਰੋਹਰ ਹੈ। ਵਿਗਿਆਨ ਨੂੰ ਲਿੰਗ, ਜ਼ਾਤ, ਧਰਮ, ਨਸਲ ਜਾਂ ਬੋਲੀ ਦੀ ਵਲਗਣਾ ਵਿੱਚ ਨਹੀਂ ਡੱਕਿਆ ਜਾ ਸਕਦਾ। ਕਰੈਕਟ। ਵਿਗਿਆਨੀ ਕਿਸੇ ਇੱਕ ਸਮਾਜ, ਰਾਸ਼ਟਰ ਜਾਂ ਖਿੱਤੇ ਵਾਸਤੇ ਕੰਮ ਨਹੀਂ ਕਰਦੇ। ਸਹੀ ਕਿਹਾ। ਵਿਗਿਆਨ ਤਾਂ ਜ਼ਾਤ, ਧਰਮ, ਨਸਲ ਤੋਂ ਉੱਪਰ ਹੈ, ਸਰਵ ਵਿਆਪਕ ਹੈ। ਬਿਲਕੁਲ। ਇਸ ਉੱਪਰ ਹਰ ਇੱਕ ਦਾ ਹੱਕ ਹੈ। ਪਰ ਇਹ ਗੱਲ ਨਿਊਟਨ ਹੋਰਾਂ ਦੇ ਜ਼ਮਾਨੇ ਦੀ ਹੈ। ਹੁਣ ਤਾਂ ਪੇਟੈਂਟ ਕਾਰਨ ਨਵੀਆਂ ਖੋਜਾਂ ਦੇ ਲਾਭ ਵੀ ਕੇਵਲ ਧਨ ਕੁਬੇਰ ਹੀ ਲੈ ਸਕਦੇ ਨੇ। ਡਰ ਹੈ ਕਿ ਵਿਗਿਆਨ ਉੱਪਰ ਕਿਤੇ ਨਾਜ਼ੀ ਬਿਰਤੀ ਮੁੜ ਭਾਰੂ ਨਾ ਹੋ ਜਾਵੇ। ਮੇਰਾ ਖਿਆਲ ਹੈ ਵੀ ਇਹੋ ਜਿਹੀ ਗੱਲ ਤਾਂ ਨਹੀਂ ਹੋਣੀ ਚਾਹੀਦੀ। ਤੇਲੰਗਾਨਾ ਦਾ ਸਮਝੌਤਾ ਸਿਹਤ ਸੰਭਾਲ ਤੇ ਸਮਾਰਟ ਆਵਾਜਾਈ ਦੀਆਂ ਚੁਣੌਤੀਆਂ ਦੀ ਪਹਿਚਾਣ ਤੇ ਮਜ਼ਬੂਤ ਈਕੋਸਿਸਟਮ ਰਾਹੀਂ ਉਹਨਾਂ ਦੇ ਮੁਕਾਬਲੇ ਵਾਸਤੇ AI ਦੀ ਵਰਤੋਂ ਬਾਬਤ ਹੈ। ਇਹ ਇੱਕ ਦੇਸ਼ ਤੱਕ ਸੀਮਤ ਨਹੀਂ। ਅਸੀਂ ਤਾਂ ਇਹੋ ਜਿਹੇ ਪ੍ਰੋਜੈਕਟ ਵੀ ਲਏ ਨੇ ਜੋ ਆਰਥਿਕ ਤੌਰ ਤੇ ਕਮਜ਼ੋਰ ਦੇਸ਼ਾਂ ਦੀ ਵੀ ਮਦਦ ਕਰਨ। ਵਿਚਾਰ ਬਦਲਣ ਨਾਲ ਹੀ ਚੀਜ਼ਾਂ ਬਦਲਦੀਆਂ ਨੇ। ਨੌਜਵਾਨ ਪੀੜ੍ਹੀ ਦਾ ਨਜ਼ਰੀਆ ਸਕਾਰਾਤਮਕ ਹੋਣਾ ਬਹੁਤ ਜ਼ਰੂਰੀ ਹੈ। ਸਕੂਲੀ ਪ੍ਰੋਗਰਾਮ ਨੌਜਵਾਨਾਂ ਲਈ ਜ਼ਿੰਮੇਵਾਰ AI ਨੌਜਵਾਨਾਂ ਨੂੰ AI ਲਈ ਤਿਆਰ ਕਰਕੇ AI ਦੇ ਹੁਨਰ ਦੇ ਪਾੜੇ ਨੂੰ ਕਟਾਏਗਾ। ਯੈਸ। ਸਕੂਲੀ ਵਿਦਿਆਰਥੀਆਂ ਨੂੰ ਇਸ ਨਵੀਂ ਟੈਕਨੋਲੋਜੀ ਨਾਲ ਜਾਣ ਪਹਿਚਾਣ ਕਰਵਾਉਣ ਤੇ ਅਪਣਾਉਣ ਦੇ ਮੌਕੇ ਦੇਣ ਲਈ ਇਹ ਇੱਕ ਬਹੁਤ ਵਧੀਆ ਤੇ ਸਾਰਥਕ ਕਦਮ ਹੈ। ਬਿਲਕੁਲ। ਪਰ ਤੁਸੀਂ ਤਾਂ ਇੱਕੋ ਹੀ ਪਾਸਾ ਦੇਖ ਰਹੇ ਹੋ। ਸਾਡਾ ਸ਼ੋਸ਼ਣ ਹੋਣ ਤੇ ਸਾਡਾ ਸਭ ਕੁਝ ਖੋਹ ਲੈਣ ਦਾ ਡਰ ਪੈਦਾ ਹੋ ਗਿਆ ਹੈ। ਅਸੀਂ ਨਵੇਂ-ਨਵੇਂ ਲੁਭਾਵਨੇ ਸ਼ਬਦਾਂ ਰਾਹੀਂ ਖੁਦ ਹੀ ਵਿਦੇਸ਼ਾਂ ਨੂੰ ਸੱਦਾ ਦੇ ਕੇ ਸਭ ਕੁਝ ਉਹਨਾਂ ਅੱਗੇ ਪਰੋਸ ਰਹੇ ਹਾਂ। ਕੀ ਸਾਡੀ ਆਤਮ ਨਿਰਭਰਤਾ ਬਸ ਇਹੀ ਹੈ? ਭਾਰਤ ਨੇ ਕੰਪਨੀਆਂ ਤੇ ਕਾਰਪੋਰੇਟ ਉਦਮੀਆਂ ਦੀ ਸਹਾਇਤਾ ਲਈ ਕਾਰਪੋਰੇਟ ਜ਼ਿੰਮੇਵਾਰੀਆਂ ਦੇ ਸਹੀ ਪਾਲਣ ਹਿੱਤ AI ਵੱਡੇ ਅੰਕੜੇ ਤੇ ਮਸ਼ੀਨ ਲਰਨਿੰਗ ਵਾਲੀ ਨਵੀਂ ਵੈਬਸਾਈਟ 3.0 ਚਾਲੂ ਕੀਤੀ ਹੈ। ਤੁਸੀਂ ਤਾਂ ਨੌਕਰਸ਼ਾਹਾਂ ਵਾਲੀਆਂ ਗੱਲਾਂ ਕਰ ਰਹੇ ਹੋ, ਜ਼ਮੀਨੀ ਹਕੀਕਤਾਂ ਤੋਂ ਟੁੱਟ ਕੇ। ਪਰ ਮੈਂ ਅਜਿਹਾ ਨਹੀਂ ਕਰ ਸਕਦਾ। ਤੁਸੀਂ ਜਨਾਬ ਕਰੋਗੇ ਤਾਂ ਜੇ AI ਦੀਆਂ ਸਮਰੱਥਾਵਾਂ ਬਾਰੇ ਕੁਝ ਤੁਹਾਨੂੰ ਪਤਾ ਹੋਏਗਾ। ਤੁਹਾਨੂੰ ਤਾਂ ਪਤਾ ਵੀ ਨਹੀਂ ਕਿ ਇਲੈਕਟ੍ਰੋਨਿਕਸ ਤੇ IT ਮੰਤਰਾਲੇ ਨੇ ਨਾਸਕਾਮ ਨਾਲ ਮਿਲ ਕੇ ਸਮੁੱਚੇ ਪੜਾਅ ਵਜੋਂ ਕੰਮ ਕਰਨ ਲਈ ਹਰੇਕ ਸੂਚਨਾ ਉਪਲਬਧ ਕਰਾਉਣ ਲਈ ਇੱਕ ਰਾਸ਼ਟਰੀ AI ਪੋਰਟਲ ਚਲਾਇਆ ਹੈ। ਕੌਣ ਨਹੀਂ ਜਾਣਦਾ ਇਹਨਾਂ ਬਾਰੇ? ਨਹੀਂ ਜਾਣਦਾ ਬਈ। ਹਾਂ, ਬਿਲਕੁਲ। ਬਈ ਹੱਸੋ ਜਿੰਨਾ ਮਰਜ਼ੀ ਹੱਸੋ, ਪਰ ਸੱਚ ਇਹ ਹੈ ਕਿ ਇਹ ਪ੍ਰੋਗਰਾਮ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਅੱਛਾ। ਛੱਡ ਯਾਰ, ਕੀ ਰਾਕੇਸ਼ ਵਰਗਾ ਪੱਤਰਕਾਰ ਲੋਕਾਂ ਨੂੰ ਲਾਭ ਪਹੁੰਚਾਉਣ ਵਾਲਾ ਕਦੀ ਕੋਈ ਸਕਾਰਾਤਮਕ ਕੰਮ ਕਰ ਸਕਦਾ ਹੈ? ਲੈ ਬਈ, ਹਲੋ ਉਹ ਆ ਗਏ ਛੋਲੇ ਭਟੂਰੇ। ਬਈ ਮੈਂ ਸਾਰੀ ਗੱਲਬਾਤ ਰਿਕਾਰਡ ਕਰ ਲਈ ਹੈ। ਬਿਨਾਂ ਦੱਸੇ ਵਾਰਤਾਲਾਪ ਰਿਕਾਰਡ ਕਰਨਾ ਕਾਨੂੰਨੀ ਜੁਰਮ ਹੈ। ਇਹੋ ਜੀ ਗੱਲ ਕਿਉਂ ਕੀਤੀ ਤੁਸੀਂ? ਬਿਲਕੁਲ। ਬਈ ਦਰਅਸਲ ਮੈਂ ਭਾਰਤ ਵਿੱਚ ਬਨਾਵਟੀ ਬੌਧਿਕਤਾ ਦੇ ਵੱਧਦੇ ਕਦਮ ਵਿਸ਼ੇ ਤੇ ਇੱਕ ਭਾਸ਼ਣ ਦੇਣਾ ਹੈ। ਲੋਕਾਂ ਵੱਲੋਂ ਆਈਆਂ ਵਿਰੋਧੀ ਦਲੀਲਾਂ ਦੇ ਵਿਰੁੱਧ ਤੁਸੀਂ ਜ਼ੋਰ ਨਾਲ ਦਲੀਲਾਂ ਦਿੰਦੇ ਰਹੇ। ਮੇਰਾ ਸਾਰਾ ਕੰਮ ਹੋ ਗਿਆ। ਅੱਛਾ, ਚੋਰੀ। ਆ ਲਓ ਜੀ ਛੋਲੇ ਭਟੂਰੇ ਤੇ ਨਾਲ ਅਨਾਰਦਾਨੇ ਦੀ ਚਟਨੀ। ਕਮਾਲ ਹੈ ਬਈ। ਲਿਆਓ ਜੀ। ਪਰ ਰਾਕੇਸ਼ ਬਈ ਤੈਨੂੰ ਲੋੜੀਂਦੀ ਜਾਣਕਾਰੀ ਮਿਲ ਗਈ ਹੈ? ਉਹ ਬਈ ਉਹ ਵੀ ਦੱਸਦਾ ਯਾਰ, ਉਹ ਵੀ ਦੱਸਾਂਗਾ। ਹੈ ਪਹਿਲਾਂ ਗਰਮਾ ਗਰਮ ਭਟੂਰੇ ਖਾ ਲਈਏ, ਉਹ ਵੀ ਭਾਪਾਂ ਛੱਡਦੀ ਸਬਜ਼ੀ ਤੇ ਅਨਾਰਦਾਨੇ ਵਾਲੀ ਮਿੱਠੀ ਚਟਨੀ ਦੇ ਨਾਲ। AI ਬਾਬਤ ਡੂੰਘਾਈ ਨਾਲ ਖੋਜ ਕਰਕੇ ਇਸ ਦੀਆਂ ਅਲਪ ਤੇ ਦੀਰਘਕਾਲੀਨ ਸੰਭਾਵਨਾਵਾਂ ਤੇ ਚੰਗੇ ਮਾੜੇ ਸਿੱਟਿਆਂ ਬਾਰੇ ਵੇਰਵੇ ਲੱਭੇ ਜਾ ਰਹੇ ਨੇ। ਜਿਵੇਂ ਪੱਤਰਕਾਰਾਂ ਬਾਬਤ ਇੱਕ ਰਾਈਟਰਸ ਬਲੌਕ ਨੂੰ ਛੂੰਹਦੀ ਹੈ AI। ਰਾਈਟਰਸ ਬਲੌਕ ਇਹ ਉਹੀ ਹੈ ਨਾ ਕਿ ਲੇਖਕਾਂ ਦੇ ਆਜ਼ਾਦ ਵਿਚਾਰਾਂ ਵਿੱਚ ਤੇ ਉਹਨਾਂ ਦੀ ਲਿਖਣ ਸਮਰੱਥਾ ਵਿੱਚ ਰੁਕਾਵਟ ਪੈ ਜਾਇਆ ਕਰਦੀ ਹੈ। ਹਾਂ ਪ੍ਰਸ਼ਾਂਤ, ਇਹ ਉਹੀ ਹੈ। ਲੇਖਕ ਕਹਾਣੀ ਦੇ ਪਲਾਟ ਨੂੰ ਲਿਖਤ 'ਚ ਢਾਲਣ ਵਾਸਤੇ ਅੱਗੇ ਨਹੀਂ ਵੱਧ ਸਕਦਾ। ਇਸ 'ਚ ਦਿਮਾਗ ਵਿਚਾਰਾਂ ਨਾਲ ਤਾਂ ਭਰਿਆ ਪਿਆ ਹੁੰਦਾ ਹੈ, ਪਰ ਰਾਈਟਰਸ ਬਲੌਕ ਕਰਕੇ ਲਿਖਤ ਜਾਰੀ ਰੱਖਣ ਵਿੱਚ ਅਸਮਰਥ ਰਹਿੰਦਾ ਹੈ।
ਮੈਂ ਇੱਕ ਵਾਰ ਬਾਲ ਕਹਾਣੀ ਦੀ ਸ਼ੁਰੂਆਤ ਬਹੁਤ ਚੰਗੀ ਕਰ ਲਈ, ਪਰ ਰਾਈਟਰਸ ਬਲੌਕ ਦੀ ਅਜਿਹੀ ਬਿਜ਼ ਪਈ ਕਿ ਅੱਗੇ ਵਧ ਹੀ ਨਹੀਂ ਸਕਿਆ। ਹੁਣ ਤੁਹਾਡੇ ਫਿਕਰ ਖਤਮ। AI ਸੌਫਟਵੇਅਰ ਤਿਆਰ ਹੋ ਗਿਆ ਜਿਹੜਾ ਕਿਸੇ ਵੀ ਲੇਖਕ ਦਾ ਅਧੂਰਾ ਕੰਮ ਪੂਰਾ ਕਰ ਸਕਦਾ ਹੈ। ਅੱਛਾ, ਬਸ ਹੁਣ ਲੇਖਕ ਨੇ ਸਿਰਫ ਖਾਕਾ ਹੀ ਬਣਾਉਣਾ ਹੈ, ਬਾਕੀ ਕੰਮ AI ਆਧਾਰਿਤ ਸੌਫਟਵੇਅਰ ਖੁਦ ਹੀ ਪੂਰਾ ਕਰ ਦੇਵੇਗਾ। ਯੈਸ, ਇਹੀ ਤਾਂ ਹੈ AI ਦੀ ਤਾਕਤ। ਅੱਛਾ, ਬਈ ਤਾਂ ਤੇ ਮਾਮਲਾ ਜ਼ਿਆਦਾ ਗੰਭੀਰ ਹੋ ਗਿਆ ਲੱਗਦਾ ਹੈ। ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਲੱਗਦਾ ਹੈ। ਉਹ ਕਿਵੇਂ ਬਈ? ਬਈ ਇਹ ਤਾਂ ਲੇਖਕਾਂ ਦੀਆਂ ਨੌਕਰੀਆਂ ਖੋਹ ਲਏਗੀ, ਉਹ ਤਾਂ ਭੁੱਖੇ ਮਰ ਜਾਣਗੇ। ਵਾਹ ਬਈ ਵਾਹ, ਉਹੀ ਨੈਗੇਟਿਵ ਸੋਚ ਕਿ ਲੇਖਕ ਹੁਣ ਨਵੇਂ ਵਿਚਾਰ ਸਿਰਜਣ ਤੇ ਅੱਗੇ ਵਧਣ ਲਈ ਸੁਤੰਤਰ ਨਹੀਂ ਹੋ ਜਾਣਗੇ। ਇਹ ਨਹੀਂ ਸੋਚਿਆ ਤੂੰ ਕਿ ਨਵੇਂ ਖੇਤਰਾਂ ਦੀ ਪੜਚੋਲ ਸਿਰਜਣਾਤਮਕ ਨਹੀਂ? ਇਸੇ ਨਵੇਂ ਨਵੇਕਲੇ ਵਿਚਾਰ ਨਹੀਂ ਤਾਂ ਕੀਤਾ ਹੈ ਬਰਬਾਦ ਲੇਖਕਾਂ ਨੂੰ। ਇੰਟਰਨੈਟ ਦੀ ਵਧੀ ਸਪੀਡ ਦੀ ਬਦੌਲਤ OTT ਮੰਚ, ਵੈਬ ਲੜੀਆਂ ਅਤੇ ਫਿਲਮਾਂ ਨੇ ਸਾਰਾ ਸਥਾਨ ਮੱਲ ਲਿਆ ਹੈ। ਨਵੇਂ ਨਵੇਕਲੇ ਵਿਚਾਰਾਂ ਲਈ ਅਸੀਂ ਕਮਲੇ ਹੋ ਗਏ ਹਾਂ। ਓਏ ਮਿੱਤਰੋ, ਇੱਕ ਬੰਦਾ ਕਿੰਨੀਆਂ ਕਿਤਾਬਾਂ ਤੇ ਕਿੰਨੇ ਅਖਬਾਰ ਪੜ੍ਹੇਗਾ, ਕਿੰਨੀਆਂ ਕੁ ਫਿਲਮਾਂ ਵੇਖੇਗਾ, ਪਰ ਸਾਫਟਵੇਅਰ ਕੋਲ ਇਹ ਸਾਰੀ ਜਾਣਕਾਰੀ ਉਪਲਬਧ ਹੈ ਤੇ ਉਹ ਇਸ ਤੋਂ ਉੱਪਰ ਦੀ ਸੋਚਦਾ ਹੈ, ਕਿਤੇ ਉੱਪਰ ਦੀ। ਹਾਂ, ਇਹ ਸੌਫਟਵੇਅਰ ਕਹਾਣੀ ਨੂੰ ਤੁਹਾਡੀ ਵਿਲੱਖਣ ਸ਼ੈਲੀ 'ਚ ਪੇਸ਼ ਕਰਦਾ ਹੈ। ਉਹ ਕਿਵੇਂ ਬਈ? ਉਹ ਕਿਵੇਂ? ਮੈਂ ਛੋਲੇ ਭਟੂਰੇ ਖਤਮ ਕਰ ਲਏ, ਹੂੰ, ਹੁਣ ਮੈਂ ਰਸ ਮਲਾਈ ਖਾਵਾਂਗਾ। ਉਸ ਤੋਂ ਬਾਅਦ ਹੀ ਤੁਹਾਡੇ ਸਵਾਲਾਂ ਦੇ ਜਵਾਬ ਦਿਆਂਗਾ। ਠੀਕ ਹੈ ਬਈ, ਠੀਕ। ਲਓ ਜੀ ਲਓ, ਆਪਾਂ ਨੇ ਵੀ ਨਿਬੇੜ ਲਏ ਨੇ ਆਪਣੇ ਛੋਲੇ ਭਟੂਰੇ। ਛੇਤੀ ਮੰਗਾਓ ਰਸ ਮਲਾਈ, ਛੇਤੀ ਕਰੋ। ਲਓ ਜੀ। ਪਰ ਸੰਦੀਪ, ਮੈਨੂੰ ਇਹ ਤਾਂ ਸਮਝਾ ਕਿ AI ਮੇਰੀ ਸੋਚ ਨੂੰ ਸਮਝ ਕੇ ਕਿਵੇਂ ਪੂਰੀ ਕਰ ਸਕਦਾ ਮੇਰੀ ਕਹਾਣੀ, ਉਹ ਵੀ ਮੇਰੀ ਆਪਣੀ ਸ਼ੈਲੀ 'ਚ। ਜ਼ਰਾ ਸੋਚ ਕਿ ਸਹਾਇਕ ਫਿਲਮ ਕਹਾਣੀ ਲੇਖਕ ਕਿਵੇਂ ਫੈਸਲਾ ਕਰਦੇ ਨੇ ਕਿ ਉਹਨਾਂ ਦਾ ਮੁਖੀ ਕਿਸ ਖਾਸ ਦ੍ਰਿਸ਼ ਜਾਂ ਵਾਰਤਾਲਾਪ ਨੂੰ ਪਸੰਦ ਕਰੇਗਾ। ਬਈ ਵੈਰੀ ਸਿੰਪਲ, ਉਹ ਮੁਖੀ ਦੀਆਂ ਚੋਣਾਂ ਤੇ ਤਰਜੀਹਾਂ ਤੋਂ ਜਾਣੂ ਹੁੰਦੇ ਨੇ। ਇਹਨਾਂ ਤਰਜੀਹਾਂ, ਪਸੰਦਾਂ ਜਾਂ ਨਾਪਸੰਦਾਂ ਦੀ ਜਾਣਕਾਰੀ ਕਾਰਨ ਹੀ ਉਹ ਇਹ ਕੰਮ ਕਰ ਪਾਉਂਦੇ ਨੇ। ਹਾਂ, ਅਸੀਂ ਸਾਰੇ ਪਸੰਦ ਜਾਂ ਨਾਪਸੰਦ ਦੇ ਅਨੁਭਵ ਤੋਂ ਹੀ ਸਿੱਖ ਕੇ ਟਿੱਪਣੀਆਂ ਕਰਦੇ ਹਾਂ, ਠੀਕ ਹੈ ਨਾ? ਜੋ ਸਹੀ ਵੀ ਨਿਕਲਦੀਆਂ ਨੇ। ਬੱਚਿਆਂ ਤੇ ਉਹਨਾਂ ਦੀਆਂ ਰੁਚੀਆਂ ਬਾਬਤ ਵੀ ਪੇਸ਼ੀਨ ਗੋਈਆਂ ਦਾ ਆਧਾਰ ਅਨੁਭਵ ਹੀ ਹੁੰਦਾ ਹੈ। ਅਵਲੋਕਨ, ਨਿਰੀਖਣ ਤੇ ਅਨੁਭਵ ਤੋਂ ਹੀ ਪੇਸ਼ੀਨ ਗੋਈ ਦੀ ਯੋਗਤਾ ਮਿਲਦੀ ਹੈ। ਹਾਂ, ਵਸਤਾਂ ਵੇਖਣਾ ਤੇ ਕਿਸੇ ਘਟਨਾ ਬਾਬਤ ਸੋਚਣਾ ਤੇ ਸਮਝਣਾ ਵੀ ਇਸ ਯੋਗਤਾ ਦੇ ਸਹੀ ਵਿਕਾਸ ਦੇ ਲਈ ਜ਼ਰੂਰੀ ਹੈ। ਪਰਵਰਿਸ਼, ਸਿੱਖਿਆ ਤੇ ਯਾਦਾਸ਼ਤ ਸਾਡੀ ਨਿਰੀਖਣ ਤੇ ਮੁਲਾਂਕਣ ਦੀ ਯੋਗਤਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਯਾਦਾਂ ਸਾਨੂੰ ਪਰਿਭਾਸ਼ਿਤ ਕਰਦੀਆਂ ਨੇ ਤੇ ਸਾਨੂੰ ਉਹ ਬਣਾਉਂਦੀਆਂ ਨੇ ਜੋ ਅਸੀਂ ਹਾਂ। ਮੈਨੂੰ ਬਣਾਉਂਦਾ ਹੈ ਮੈਨੂੰ। ਬਈ ਲੱਗਦਾ ਹੈ ਸਾਡੇ ਪ੍ਰੋਫੈਸਰ ਦੋਸਤ ਤੇ ਥੋੜਾ ਬੁਢਾਪਾ ਆ ਰਿਹਾ ਹੈ। ਸਾਨੂੰ ਉਹ ਬਣਾਉਂਦੀਆਂ ਹਨ ਜੋ ਅਸੀਂ ਹਾਂ, ਮੈਨੂੰ ਬਣਾਉਂਦਾ ਹੈ ਮੈਨੂੰ। ਬਈ ਪਰ ਤੁਹਾਡਾ ਚਿਹਰਾ, ਤੁਹਾਡਾ ਨੱਕ, ਤੁਹਾਡੀਆਂ ਅੱਖਾਂ, ਤੁਹਾਡਾ ਸਰੀਰ ਤੁਹਾਨੂੰ ਬਣਾਉਂਦਾ ਹੈ ਕਿ ਤੁਸੀਂ ਕੌਣ ਹੋ। ਆਈ ਸਮਝ ਕੇ ਨਹੀਂ? ਮੇਰੀ ਗੱਲ ਨੂੰ ਸਮਝਣਾ ਇੰਨਾ ਵੀ ਔਖਾ ਨਹੀਂ ਹੈ ਮਿਸਟਰ। ਅਸੀਂ ਆਪਣੀਆਂ ਯਾਦਾਂ ਦਾ ਹੀ ਤਾਂ ਸੰਗ੍ਰਹਿ ਹਾਂ। AI ਇੱਕ ਨਕਲੀ ਨਿਊਰਲ ਨੈਟਵਰਕ ਬਣਾਉਂਦੀ ਹੈ, ਜਾਂ ਕਹਿ ਲਈਏ ਕਿ ਨਕਲੀ ਦਿਮਾਗ ਸਿਰਜ ਲੈਂਦੀ ਹੈ। ਫਿਰ ਇਹੀ ਯਾਦਾਂ ਨੂੰ ਇਸ ਵਿੱਚ ਪਾ ਲਏਗੀ ਤੇ ਫਿਰ ਇਹ ਸਾਡੇ ਵਾਂਗੂ ਸੋਚਣ ਦੇ ਸਮਰਥ ਹੋ ਜਾਏਗੀ। ਅੱਛਾ, ਮਤਲਬ ਕਿ AI ਇੱਕ ਨਕਲੀ ਦਿਮਾਗ ਬਣਾ ਕੇ ਇਸ ਨੂੰ ਯਾਦਾਂ ਨਾਲ ਭਰ ਦੇਗੀ ਅਤੇ ਮੁੜ ਯਾਦ ਕਰਨ ਦੀ ਸ਼ਕਤੀ ਵੀ ਸਿਰਜ ਦੇਵੇਗੀ। ਪਰ AI ਕਿੰਨੇ ਕੁ ਦਿਮਾਗ ਸਿਰ ਸਕੇਗੀ? ਕਿਸੇ ਦੁਕਾਨ 'ਚ ਕੱਪੜਿਆਂ ਦਾ ਸਾਈਜ਼ ਬਹੁਤੇ ਲੋਕਾਂ ਦੇ ਤਾਂ ਇੱਕ ਵਿਸ਼ੇਸ਼ ਦਾਇਰੇ ਵਿੱਚੋਂ ਹੀ ਆਉਂਦਾ ਹੈ, ਮਿਲਦਾ ਜੁਲਦਾ ਹੁੰਦਾ ਹੈ। ਕੁਝ ਕੋਈ ਹੁੰਦੇ ਨੇ ਜੋ ਆਮ ਨਾਲ ਫਿੱਟ ਨਹੀਂ ਬੈਠਦੇ। ਜੁੱਤੇ ਵੀ ਬਹੁਤੇ ਬਾਲਗਾਂ ਦੇ ਪੈਰ 'ਚ 1-2 ਨੰਬਰ ਦੇ ਫਰਕ ਨਾਲ ਹੀ ਫਿੱਟ ਆ ਜਾਂਦੇ ਨੇ ਨਾ। ਬਈ ਤੁਸੀਂ ਤਾਂ ਮਨੁੱਖੀ ਦਿਮਾਗ ਨੂੰ ਕੱਪੜਿਆਂ ਤੇ ਜੁੱਤੀਆਂ ਨਾਲ ਜੋੜ ਕੇ ਦੇਖ ਰਹੇ ਹੋ। ਉਹ ਦਿਮਾਗ ਤਾਂ ਹਰੇਕ ਦਾ ਆਪਣਾ ਆਪਣਾ ਹੈ ਨਾ। ਉਹਨੂੰ ਕਿਵੇਂ ਕੁਝ ਕੁ ਮੇਚਿਆਂ 'ਚ ਵੰਡਿਆ ਜਾ ਸਕਦਾ? ਕਿਉਂ ਨਹੀਂ ਵੰਡਿਆ ਜਾ ਸਕਦਾ? ਕੀ ਤੁਸੀਂ ਜਾਣਦੇ ਹੋ ਕਿ ਸੰਸਾਰ 'ਚ ਕਿੰਨੇ ਕੁ ਪ੍ਰਕਾਰ ਦੇ ਲੋਕ ਹੁੰਦੇ ਨੇ? ਬਈ ਲੋਕ ਤਾਂ ਨਾਨਾ ਪ੍ਰਕਾਰ ਦੇ ਨੇ ਤੇ ਇਹਨਾਂ ਅਨੇਕ ਪ੍ਰਕਾਰ ਦੇ ਲੋਕਾਂ ਦੀ ਸ਼ਖਸੀਅਤ ਮਿਲਦੀ ਜੁਲਦੀ ਹੈ। ਸ਼ਖਸੀਅਤ ਦੇ ਆਧਾਰ ਤੇ ਦੁਨੀਆ ਦੀ ਵਸਤਾਂ ਨੂੰ 8 ਜਾਂ 10 ਕਿਸਮਾਂ ਵਿੱਚ ਵੰਡਿਆ ਗਿਆ ਹੈ। ਅੱਛਾ, ਤਾਂ ਇਹਨਾਂ 8 ਜਾਂ 10 ਕਿਸਮਾਂ ਦੇ ਆਧਾਰ ਤੇ ਬਨੌਟੀ ਬੌਧਿਕਤਾ ਰਾਹੀਂ ਤੁਸੀਂ ਬੁੱਧੀ ਦੀ ਇੱਕ ਕੁਸ਼ਲ ਪ੍ਰਣਾਲੀ ਤਿਆਰ ਕਰ ਸਕਦੇ ਹੋ। ਮੇਰੇ ਦੋਸਤ, ਅਸਲੀ ਮੁੱਦਾ ਤਾਂ ਇੱਕ ਦਿਮਾਗ ਬਣਾਉਣ ਦਾ ਹੈ। ਇੱਕ ਸੰਪੂਰਨ ਦਿਮਾਗ ਜੋ ਮਨੁੱਖੀ ਦਿਮਾਗ ਦੀ ਨਕਲ ਹੋਵੇ। ਬਣਾਉਟੀ ਨਿਊਰਲ ਨੈਟਵਰਕ ਤਾਂ ਬਣਾਉਟੀ ਦਿਮਾਗ ਹੀ ਹੈ। ਮਨੁੱਖੀ ਦਿਮਾਗ ਵਿੱਚ ਕਰੀਬਨ 100 ਅਰਬ ਨਿਊਰਾਨ ਨੇ। ਸਾਡੇ ਤਾਰਾ ਮੰਡਲ ਆਕਾਸ਼ ਗੰਗਾ 'ਚ ਵੀ ਕਰੀਬ ਇੰਨੇ ਹੀ ਤਾਰੇ ਨੇ। ਬਈ ਹੁਣ ਦਿਮਾਗ ਤੇ ਆਕਾਸ਼ ਗੰਗਾ ਦਾ ਭਲਾ ਕੀ ਸੰਬੰਧ? ਆਕਾਸ਼ ਗੰਗਾ 'ਚ ਤਾਰੇ 100 ਅਰਬ, ਮਨੁੱਖੀ ਦਿਮਾਗ ਦੇ ਨਿਊਰਾਨ ਵੀ 100 ਅਰਬ।
ਕੀ ਪਤਾ ਹੈ ਇਹਨਾਂ 'ਚ ਵੀ ਕੋਈ ਸੰਬੰਧ ਹੋਏ ਤੇ AI ਕਿਸੇ ਦਿਨ ਸਾਨੂੰ ਇਹਨਾਂ ਤਾਰਿਆਂ ਨਾਲ ਗੱਲ ਕਰਨ ਦੇ ਯੋਗ ਬਣਾ ਦੇਵੇ। ਓਏ ਵਾਹ 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 ਵਾਹ, ਬਨੋਟੀ ਨਿਊਰਲ ਨੈਟਵਰਕ ਦੱਸਦੇ ਤੁਸੀਂ ਤਾਂ ਪਹੁੰਚ ਗਏ ਵਿਗਿਆਨ ਗਲਪ ਵੱਲ। ਇਸ ਨਿਊਰਲ ਨੈਟਵਰਕ ਦੇ ਭੇਦ ਬੁੱਝਣ ਯਾਨੀ ਇਹਨੂੰ ਡੀਕੋਡ ਕਰਨ ਦੇ ਲਈ ਡਾਟਾ, ਬੁੱਧੀ ਤੇ ਡਾਟਾ ਵਿਸ਼ਲੇਸ਼ਣ ਤੇ ਨਿਰਭਰ ਹੈ। ਸਿੰਥੈਟਿਕ ਦਿਮਾਗ ਦੀ ਸਿਰਜਣਾ ਦੇ ਲਈ ਜਾਂ ਇੱਕ ਨਿਊਰਲ ਨੈਟਵਰਕ ਲਈ 100 ਕਰੋੜ ਲੋਕਾਂ ਦਾ ਡਾਟਾ ਚਾਹੀਦਾ ਹੈ। ਅੱਜ ਕੱਲ੍ਹ ਸੋਚਣ ਤੇ ਸਮਝਣ ਦੇ ਸਮਰਥ ਮਸ਼ੀਨਾਂ ਆ ਗਈਆਂ ਨੇ ਮਿਸਟਰ। ਬਨੌਟੀ ਬੌਧਿਕਤਾ ਕੋਲ ਬੇਅੰਤ ਸੰਭਾਵਨਾਵਾਂ ਨੇ। ਭਾਰਤ 'ਚ ਇਸ ਦੇ ਕੁਝ ਨਾ ਕੁਝ ਨਤੀਜੇ ਵੀ ਆ ਰਹੇ ਨੇ। ਅੱਛਾ, ਤਾਂ ਕਿ ਭਾਰਤ ਦਾ ਭਵਿੱਖ ਵੀ ਬਾਕੀ ਦੁਨੀਆ ਦੀ ਤਰ੍ਹਾਂ ਹੀ AI ਨਾਲ ਜੁੜਿਆ ਹੋਏਗਾ। ਤੁਸੀਂ ਵੇਖੋਗੇ ਕਿ ਆਉਣ ਵਾਲੇ ਦਿਨਾਂ ਵਿੱਚ ਛੋਟੇ-ਛੋਟੇ ਬੱਚੇ ਵੀ ਕਰਿਆ ਕਰਨਗੇ ਕੋਡਿੰਗ ਵੀ ਤੇ ਡਿਜ਼ਾਈਨ ਐਲਗੋਰਿਦਮ ਵੀ ਤੇ ਤੁਹਾਡੇ ਵਰਗੇ ਪੱਤਰਕਾਰ ਸਵਾਲ ਪੁੱਛਣਾ ਛੱਡ ਦੇਣਗੇ। ਮੇਰੀ ਇਸ ਟਿੱਪਣੀ ਦਾ ਗੁੱਸਾ ਨਾ ਕਰਿਓ। ਨਹੀਂ ਕਰ ਲਓ, ਟਿੱਪਣੀ ਵੀ ਕਰ ਲਓ, ਮਨ 'ਚ ਕੁਝ ਦੱਬਿਆ ਨਾ ਰਹਿ ਜਾਵੇ। ਮੈਂ ਤਾਂ ਯਾਰ ਇਕਬਾਲ ਕਰਨਾ ਚਾਹੁੰਦਾ ਕਿ ਮੇਰੇ ਵਰਗੇ ਬੋਰਿੰਗ ਪ੍ਰੋਫੈਸਰ ਨੂੰ ਵੀ AI ਨੇ ਨਵੀਂ ਜ਼ਿੰਦਗੀ ਦੇ ਦਿੱਤੀ ਹੈ। ਨੌਜਵਾਨਾਂ ਨੇ ਇਸ ਨੂੰ ਸਫਲਤਾ ਦੀਆਂ ਸਿਖਰਾਂ ਤੇ ਲਿਜਾਣਾ ਹੈ। ਰਾਕੇਸ਼ ਵਰਗੇ ਪੱਤਰਕਾਰਾਂ ਦੀ ਇਸ ਵਿੱਚ ਅਹਿਮ ਭੂਮਿਕਾ ਹੈ। ਤੁਸੀਂ ਅਣਜਾਣੇ ਵਿਸ਼ਿਆਂ ਦਾ ਅਧਿਐਨ ਕਰਦੇ ਹੋ। ਵਿਚਾਰ ਸੁਖਮਤਾ ਨੂੰ ਸਮਝਣ ਦੇ ਲਈ ਤੁਸੀਂ ਕਿੰਨਾ ਜ਼ਿਆਦਾ ਸੰਘਰਸ਼ ਕਰਦੇ ਹੋ। ਸੱਚਮੁੱਚ ਸ਼ਲਾਘਾ ਕਰਨੀ ਬਣਦੀ ਹੈ ਯਾਰ। ਹਾਂ ਰਾਕੇਸ਼, ਵਿਚਾਰਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖੋ, ਸਵਾਲ ਪੁੱਛਦੇ ਜਾਓ, ਔਖੇ ਤੋਂ ਔਖੇ ਸਵਾਲ ਕਰੋ, ਐਵੇਂ ਨਾ ਕਿਸੇ ਦੀ ਹਾਂ ਵਿੱਚ ਹਾਂ ਮਿਲਾਈ ਜਾਇਆ ਕਰੋ। ਬਈ ਸਵਾਲ ਹੀ ਤਾਂ ਮਨੁੱਖ ਦੀ ਸਫਲਤਾ ਦੀ ਨੀਂਹ ਨੇ। ਇਸ ਨੂੰ ਪੁਖਤਾ ਰੱਖੋ, ਨਿਡਰ ਹੋ ਕੇ, ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ। ਸੱਚ ਹੈ, ਪੱਕੀਆਂ ਸਿੱਧੀਆਂ ਨੀਹਾਂ ਉੱਤੇ ਪੱਕੀਆਂ ਹੋਣ ਤਮੀਰਾਂ, ਮਿੱਠੇ ਬੇਰ ਕਦੇ ਨਾ ਲੱਗਦੇ ਕਿੱਕਰਾਂ ਨਾਲ ਕਰੀਰਾਂ। ਵਾਹ 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 ਵੇ ਦੋਸਤੋ ਵਾਹ। ਬਈ ਬਹੁਤ ਹੋ ਗਿਆ, ਮੇਰੀ ਲੈਕਚਰ ਸਮੱਗਰੀ ਪੂਰੀ ਹੋ ਗਈ ਹੈ। ਵੀ ਭਾਰਤ 'ਚ ਬਨੌਟੀ ਬੌਧਿਕਤਾ ਦੀ ਭੂਮਿਕਾ, ਸਮਰਥਾਵਾਂ ਤੇ ਸੀਮਾਵਾਂ ਬਾਰੇ ਮੈਂ ਕਾਫੀ ਕੁਝ ਸਮਝ ਲਿਆ। ਚਲੋ, ਸਾਡਾ ਮਿੱਤਰ ਰਾਕੇਸ਼ ਸਮਝੇ ਤਾਂ ਸਹੀ ਕਿ ਭਾਰਤ ਵਿੱਚ AI ਦੀ ਭੂਮਿਕਾ ਵੀ ਹੈ ਕੁਝ ਨਾ ਕੁਝ। ਹਾਂ ਬਈ ਉਹ ਤਾਂ ਠੀਕ ਆ, ਪਰ ਹਜੇ ਵੀ ਮੇਰੇ ਕੋਲ ਸਵਾਲ ਨੇ। ਵੀ ਸਵਾਲ ਕਰਨ ਤੋਂ ਤਾਂ ਕਦੇ ਵੀ ਡਰਨਾ ਜਾਂ ਝਿਜਕਣਾ ਨਹੀਂ ਚਾਹੀਦਾ। ਸਵਾਲਾਂ ਤੇ ਕੋਈ ਰੋਕ ਨਹੀਂ ਲਗਾਉਣੀ ਚਾਹੀਦੀ। ਪਰ ਕਈ ਵਾਰ ਤਾਂ ਦੋਸਤੋ ਸਵਾਲ ਵੀ ਨਹੀਂ ਕਰਨ ਦਿੰਦੇ। ਹਾਂ, ਇਹੀ ਤਾਂ ਸਾਡਾ ਦੁਖਾਂਤ ਹੈ। AI ਦਾ ਵਿਕਾਸ ਵੀ ਤੇ ਲਾਹਾ ਵੀ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਵਾਲਾਂ ਨੂੰ ਉਤਸ਼ਾਹਿਤ ਕਰੀਏ। ਪਰ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਕਿ ਸਵਾਲ ਕਰਦਾ ਰਵਾਂਗਾ। ਕਰਾਂਗਾ ਸਵਾਲ ਮੈਂ ਬਿਨਾਂ ਕਿਸੇ ਭੈ, ਕਿ ਬਿਨਾਂ ਕਿਸੇ ਡਰ ਤੇ ਬਿਨਾਂ ਕਿਸੇ ਪੱਖਪਾਤ ਤੋਂ। ਹਾਂ, ਇਹੀ ਹੈ ਨਾਬ ਗਿਆਨ ਪ੍ਰਾਪਤੀ ਦੀ। ਠੀਕ ਹੈ ਬਈ। ਓਏ ਮੈਨੂੰ ਲੱਗਦਾ ਕਿ ਤੁਸੀਂ ਕਾਫੀ ਪੀਤੇ ਬਿਨਾਂ ਖਹਿੜਾ ਨਹੀਂ ਛੱਡਣਾ। ਵੇਟਰ ਜੀ ਸਰ। ਬਈ ਇਸ ਤਰ੍ਹਾਂ ਕਰ, 3 ਕਾਫੀ ਲੈ ਕੇ ਆ। ਜੀ ਸਰ। ਉਹ ਵੈਰੀ ਗੁੱਡ ਬਈ। ਬਈ ਚੰਗਾ ਕੀਤਾ ਤੁਸੀਂ ਕਾਫੀ ਮੰਗਵਾ ਲਿੱਤੀ। ਹਾਂ, ਕੀ ਪਤਾ ਅਗਲੀ ਵਾਰੀ ਇੱਥੇ ਵੇਟਰ ਦੀ ਥਾਂ ਰੋਬੋਟ ਆ ਜਾਏ। ਕਿਉਂ ਆ ਨਹੀਂ ਸਕਦੇ? ਬਈ ਆ ਸਕਦੇ ਨੇ, ਪਰ ਸਮਾਂ ਲੱਗੇਗਾ ਅਜੇ। ਚਲੋ ਫਿਰ, ਇਹ ਅੱਜ ਦੀ ਆਖਰੀ ਆਈਟਮ AI ਦੇ ਨਾਮ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 48ਵੀਂ ਕੜੀ। ਹੁਣ ਨੋਟ ਕਰੋ ਅੱਜ ਦੀ ਕੜੀ ਦੇ ਸਵਾਲ। ਪਹਿਲਾ ਸਵਾਲ, ਰਾਈਟਰਸ ਬਲੌਕ ਦਾ ਕੀ ਹੈ ਹੱਲ AI ਰਾਹੀਂ। ਸਵਾਲ ਨੰਬਰ 2, AI ਟੈਕਨੋਲੋਜੀ ਵਿੱਚ ਕਿੰਨਾ ਕੁ ਹੈ ਸਵਦੇਸ਼ੀ ਤੇ ਕਿੰਨਾ ਕੁ ਹੈ ਵਿਦੇਸ਼ੀ। ਸਵਾਲ ਇੱਕ ਵਾਰੀ ਫਿਰ ਨੋਟ ਕਰ ਲਓ। ਪਹਿਲਾ ਸਵਾਲ, ਰਾਈਟਰਸ ਬਲੌਕ ਦਾ ਕੀ ਹੈ ਹੱਲ AI ਰਾਹੀਂ। ਸਵਾਲ ਨੰਬਰ 2, AI ਟੈਕਨੋਲੋਜੀ ਵਿੱਚ ਕਿੰਨਾ ਕੁ ਹੈ ਸਵਦੇਸ਼ੀ ਤੇ ਕਿੰਨਾ ਕੁ ਹੈ ਵਿਦੇਸ਼ੀ। ਹਿੱਸਾ ਲੈਣ ਵਾਲੇ ਕਲਾਕਾਰ ਪ੍ਰਭਾਸ, ਵਿਕਾਸ ਨੇਬ, ਸੁਦੇਸ਼ ਵਿੰਕਲ, ਪੂਨਮ ਤੇ ਸੁਰਿੰਦਰ ਬਾਠ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।